सत श्री अकाल दोस्तों, तुहाडा स्वागत है मेरे चैनल टॉक वाइड दे विच। अज असीं गल करते हैं पंजाबी व्याकरण की। पंजाबी व्याकरण दे विच सब तो पहलां असीं की कर चुके हैं। असीं पहलां पंजाबी दी जिहड़ी हैगी बेसिक ग्रामर कीती सी, जिहदे विच असीं बेसिक चीज़ां कीतियां सी। उस तो बाद असीं की कीता सी, जिहड़े शब्द दे 8 भेद है शब्द श्रेणियां दे, ओह कीते सीगे। एक एक करके असीं ओह कवर कीते सी सारियां वीडियोज़ दे विच। जिहड़ी किहड़े सीगे ਉਹਦੇ ਵਿੱਚ ਸੀਗਾ ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਕ। ਇਹ ਤਾਂ ਹੋ ਗਏ 8 ਭੇਦ। ਤੇ ਇੱਕ ਅਸੀਂ ਕੀਤਾ ਸੀ ਕਾਰਕ। ਉਸ ਤੋਂ ਬਾਅਦ ਜਿਹੜਾ ਅਸੀਂ ਅੱਜ ਕਰਦੇ ਨੇ ਕੁਝ ਗ੍ਰਾਮਰ ਜਿਹੜੇ ਹੈਗੇ ਪੰਜਾਬੀ ਵਿਆਕਰਨ ਦੇ ਜਿਹੜੇ ਹੋਰ ਜਿਹੜੇ ਅੰਗ ਹੈਗੇ ਅਸੀਂ ਉਹਨਾਂ 'ਤੇ ਨਜ਼ਰ ਮਾਰਦੇ ਹਾਂ। ਠੀਕ ਹੈ, ਜਿਹੜੇ ਹੋਰ ਮੇਨ ਜ਼ਰੂਰੀ ਕਈ ਵਾਰ ਚੀਜ਼ਾਂ ਪੇਪਰ ਦੇ ਵਿੱਚ ਪੁੱਛ ਲਈਆਂ ਜਾਂਦੀਆਂ, ਅੱਜ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸਟਾਰਟ ਕਰਦੇ ਹਾਂ ਵਿਆਕਰਨ ਤੋਂ। ਕਹਿੰਦੇ ਵਿਆਕਰਨ ਦੇ ਮੁੱਖ ਤੌਰ 'ਤੇ ਕਿੰਨੇ ਭਾਗ ਹੈ? 4 ਭਾਗ ਹੁੰਦੇ ਆ। ਇਹਨਾਂ ਚਾਰਾਂ ਦੇ ਨਾਮ ਯਾਦ ਰੱਖਣੇ, ਕਿਉਂਕਿ ਕਈ ਵਾਰ ਪੁੱਛ ਲਿਆ ਜਾਂਦਾ ਹੈ। MCQ ਕੁਐਸਚਨ ਦੇ ਵਿੱਚ ਆਪਸ਼ਨਾਂ ਦਿੱਤੀਆਂ ਜਾਂਦੀਆਂ ਅਤੇ ਆਪਸ਼ਨ ਦੇ ਵਿੱਚ 3 ਪਾ ਦਿੱਤੇ ਜਾਂਦੇ, ਚੌਥਾ ਜਿਹੜਾ ਹੁੰਦਾ ਕੁਛ ਹੋਰ ਪਾ ਦਿੱਤਾ ਜਾਂਦਾ ਅਤੇ ਇਹ ਪੁੱਛ ਲਿਆ ਜਾਂਦਾ ਕਿ ਇਹਨਾਂ 'ਚੋਂ ਜਿਹੜਾ ਹੈਗਾ ਉਹ ਚੌਥਾ ਭਾਗ ਕਿਹੜਾ ਨਹੀਂ ਹੈਗਾ। ਠੀਕ ਹੈ, ਤਾਂ ਯਾਦ ਰੱਖਣੀ ਹੈ। ਪਹਿਲਾ ਹੈਗਾ ਧੁਨੀ ਬੋਧ, ਜਿਹਨੂੰ ਆਪਾਂ ਅੱਖਰ ਬੋਧ ਜਾਂ ਵਰਨ ਬੋਧ ਵੀ ਕਿਹਾ ਜਾਂਦਾ। ਪੰਜਾਬੀ ਵਿਆਕਰਨ ਦੇ ਵਿੱਚ ਤੁਹਾਨੂੰ ਅੱਖਰ ਜਾਂ ਵਰਨ ਬਾਰੇ ਤਾਂ ਪਤਾ ਹੀ, ਜਿਹੜੇ 35 ਕਰਦੇ ਹਾਂ ਆਪਾਂ, ਜਿਹਨੂੰ 35 ਕਹਿੰਦੇ ਆ ਜਾਂ ਵਰਨਮਾਲਾ ਵੀ ਕਹਿ ਦਿੰਦੇ ਆ, ਊੜ ਤੋਂ ਲੈ ਕੇ ੜਾੜੇ ਤੱਕ। ਅਤੇ ਉਸ ਤੋਂ ਇਲਾਵਾ ਜਿਹੜੇ ਪੈਰਬਿੰਦੀ ਵਾਲੇ ਸ਼ਬਦ ਉਹਨਾਂ ਸਣੇ ਕਿੰਨੇ ਹੋ ਗਏ? 41। ਫਸਟ ਦੇ ਵਿੱਚ ਕੀਤਾ ਜਾਂਦਾ ਧੁਨੀ ਬੋਧ, ਨੈਕਸਟ ਹੈਗਾ ਸ਼ਬਦ ਬੋਧ, ਤੀਜੇ ਦਾ ਹੈਗਾ ਅਰਥ ਬੋਧ ਅਤੇ ਚੌਥਾ ਹੈਗਾ ਵਾਕ ਬੋਧ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਧੁਨੀ ਬੋਧ। ਧੁਨੀ ਬੋਧ 'ਚ ਕੀ ਹੈ ਕਿ ਧੁਨੀ ਦਾ ਅਰਥ ਕੀ ਹੈ? ਧੁਨੀ ਦਾ ਅਰਥ ਕੀ ਹੁੰਦਾ? ਆਵਾਜ਼। ਆਪਾਂ ਸਾਇੰਸ ਦੇ ਵਿੱਚ ਵੀ ਪੜ੍ਹਿਆ ਹੋਊਗਾ। ਠੀਕ ਹੈ, ਧੁਨੀ ਕੀ ਹੁੰਦੀ ਹੈ? ਕਿਸੇ ਤਰ੍ਹਾਂ ਦਾ ਕੋਈ ਆਵਾਜ਼ ਪੈਦਾ ਹੋਣੀ। ਠੀਕ ਹੈ, ਕਹਿੰਦੇ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਉਹਨਾਂ ਨੂੰ ਵਿਆਕਰਨ ਦੇ ਵਿੱਚ ਕੀ ਕਿਹਾ ਜਾਂਦਾ? ਧੁਨੀਆਂ ਕਿਹਾ ਜਾਂਦਾ। ਠੀਕ ਹੈ, ਵਿਆਕਰਨ ਦੇ ਵਿੱਚ ਕੀ ਕਹਿੰਦੇ ਆ? ਧੁਨੀਆਂ। ਨੈਕਸਟ ਹੈਗਾ ਸ਼ਬਦ ਬੋਧ। ਕਹਿੰਦੇ ਧੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਕੀ ਬਣਦਾ? ਅੱਗੇ ਸ਼ਬਦ ਬਣਦਾ। ਆਪਾਂ ਵਰਨਾਂ ਨੂੰ ਮਿਲਾ ਕੇ, ਜਿਵੇਂ ਊੜੇ ਤੋਂ ਲੈ ਕੇ ਜਿਹੜੇ ਸਾਰੇ ਆਪਣੀ ਵਰਨਮਾਲਾ ਏ, ਉਹਦੇ ਜਿਹੜੇ ਅੱਖਰ ਹੁੰਦੇ, ਅੱਖਰਾਂ ਤੋਂ ਮਿਲਾ ਕੇ ਕੀ ਬਣ ਜਾਂਦੇ? ਅੱਗੇ ਸ਼ਬਦ ਬਣ ਜਾਂਦੇ। ਠੀਕ ਹੈ, ਧੁਨੀ ਦਾ ਲਿਖਤੀ ਚਿੰਨ੍ਹ ਕੀ ਹੁੰਦਾ? ਅੱਖਰ ਹੁੰਦਾ। ਠੀਕ, ਕੋਈ ਵੀ ਅੱਖਰ, ਜਿਵੇਂ ਆੜਾ ਪਾਤਾ, ਹਾਹਾ ਪਾਤਾ, ਇਸ ਤਰ੍ਹਾਂ ਅੱਖਰ ਹੁੰਦਾ, ਜਾਂ ਕਹਿ ਸਕਦੇ ਹਾਂ ਵਰਨ ਹੁੰਦਾ। ਉਹ ਬੋਧ ਜਿਸ ਰਾਹੀਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ, ਉਸ ਨੂੰ ਸ਼ਬਦ ਬੋਧ ਕਿਹਾ ਜਾਂਦਾ। ਵੀ ਅੱਖਰਾਂ ਦੀ ਸਹੀ ਵਰਤੋਂ ਹੋਵੇ, ਵੀ ਉਹਦਾ ਕੋਈ ਸ਼ਬਦ ਬਣਦਾ ਹੋਵੇ। ਠੀਕ ਹੈ, ਤਾਂ ਉਹਨੂੰ ਕਹਿੰਦੇ ਆ ਸ਼ਬਦ, ਤਾਂ ਉਹਨੂੰ ਕਹਾਂਗੇ ਆਪਾਂ ਵੀ ਇੱਕ ਸ਼ਬਦ ਬਣੇ ਆ। ਜੇ ਆਪਾਂ ਅੱਖਰਾਂ ਦਾ ਸਹੀ ਸੁਮੇਲ ਬਣੇ ਹੀ ਨਾ, ਠੀਕ ਹੈ, ਜਾਂ ਸਹੀ ਵਰਤੋਂ ਹੀ ਨਾ ਕਰੀਏ ਆਪਾਂ, ਮੰਨ ਲਓ ਆਪਾਂ ਲਾਤਾ ਊੜਾ ਆੜਾ ਈੜੀ ਲਿਖਤੇ ਨਾਲ ਜੋੜ ਕੇ, ਠੀਕ ਹੈ, ਵਰਨਾਂ ਦਾ ਮੇਲ ਤਾਂ ਹੋ ਗਿਆ, ਪਰ ਇਸ ਤੋਂ ਕੋਈ ਸ਼ਬਦ ਤਾਂ ਨਹੀਂ ਨਾ ਬਣਦਾ। ਇਸ ਤਰ੍ਹਾਂ ਨਹੀਂ ਗਾ ਕਰਨਾ। ਠੀਕ ਹੈ, ਹੋਰ ਜਿਵੇਂ ਆਪਾਂ ਲਿਖਤਾ, ਜਿਵੇਂ ਇਸ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਕਿ ਜਿਵੇਂ ਮੰਨ ਲਓ ਆਹ ਹੀ ਲਿਖਿਆ ਹੋਇਆ, ਉਹ ਲਿਖਿਆ, ਇਹ ਵੀ ਸ਼ਬਦ 2 ਅੱਖਰਾਂ ਦਾ ਕੀ ਹੈ? ਆਪਾਂ ਉਹ ਸ਼ਬਦ ਲਿਖਦੇ ਹਾਂ। ਇਹ ਵੀ ਕੀ ਹੈ? 2 ਵਰਨ ਹੈ, 2 ਅੱਖਰ ਹੈ, ਪਰ ਆਪਾਂ ਨੂੰ ਪਤਾ ਲੱਗਦਾ ਵੀ ਉਹ ਕੀ ਹੈ, ਵੀ ਕਿਸੇ ਦੀ ਆਪਾਂ ਕਿਸੇ ਪੜਨਾਮ ਲਈ ਵਰਤ ਰਹੇ ਹਾਂ। ਠੀਕ ਹੈ, ਵੀ ਕਿਸੇ ਬੰਦੇ ਲਈ ਵਰਤ ਰਹੇ ਹਾਂ, ਵੀ ਉਹ। ਠੀਕ ਹੈ, ਇਸ ਤਰ੍ਹਾਂ ਵੀ ਸ਼ਬਦਾਂ ਦੀ ਸਹੀ ਵਰਤੋਂ ਹੋਵੇ। ਨੈਕਸਟ ਹੈਗਾ ਅਰਥ ਬੋਧ। ਅਰਥ ਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ ਕਰਨੀ। ਉਹੀ ਹੈ ਵੀ ਸ਼ਬਦਾਂ ਦਾ ਕੀ ਹੈ, ਵੀ ਕਿਸ ਤਰ੍ਹਾਂ ਨਾਲ ਆਪਾਂ ਜਿਹੜੇ ਹੈਗੇ ਉਹ ਅਰਥ ਨਿਕਲਦੇ ਆ। ਇਹਦੇ ਵਿੱਚ ਕੀ ਹੈ, ਜਿਵੇਂ ਬਹੁ ਅਰਥਕ ਸ਼ਬਦ ਹੋ ਗਏ। ਠੀਕ ਹੈ, ਕਈ ਸ਼ਬਦਾਂ ਦੇ ਬਹੁ ਅਰਥ ਨਿਕਲਦੇ ਹੁੰਦੇ ਆ, ਇੱਕ ਤੋਂ ਜ਼ਿਆਦਾ ਅਰਥ ਹੁੰਦੇ ਆ। ਠੀਕ ਹੈ, ਸਮਾਨਾਰਥਕ ਸ਼ਬਦ ਹੋ ਗਏ,
ठीक है। जिवें आपां एक शब्द देता ਉਹਦੇ ਨਾਲ ਦੇ ਹੋਰ 3-4 शब्द लिखने ਉਹ ਕੀ ਹੁੰਦੇ ਹੈ, ਉਹਨਾਂ ਨੂੰ ਕਹਿੰਦੇ ਆਪਾਂ ਸਮਾਨਾਰਥਕ शब्द। बहुते शब्दों की थां ते एक शब्द हो गया, ठीक है। आपां नूं एक वाक देता, ठीक है, ਉਹਦੇ पूरे वाक की जगह ते आपां कोई शब्द लिखना एक ਜਿਹੜਾ उस पूरे वाक का ਜਿਹੜਾ ठीक है वो अर्थ नूं प्रगट करे। वो की हो जाता, बहुते शब्दों की थां ते एक शब्द हो जाता, ठीक है। तो अगे है विरोधार्थक शब्द। विरोधार्थक शब्द किहड़े है, जिहड़े एक दूजे के विरोधी होंदे, उल्ट होंदे एक दूजे के, जिवें अमीर गरीब इस तरह, ठीक है। बहुते शब्दों की थां ते एक शब्द जिवें आपां कह सकते हैं भी आपां कह दईए भी जिथे सिक्के घड़े जाण। मैं पूरा वाक लिखता भी कि जिथे सिक्के घड़े जाण, ठीक है। तो आपां की कहांगे टकसाल। सिक्के कित्थे घड़े जांदे आ, टकसाल च। उस तरह आपां कहते हैं जिथे घोड़े बन्ने जाण उस जगह नूं की कहंदे आ, उन्होंने कहते हैं तबेला, ठीक है। तो इस तरह जो है वो अलग अलग की है अर्थ के पक्ष तो जो अलग अलग जोड़े है शब्द है, ठीक है, जोड़े आप व्याकरण के पंजाबी व्याकरण के आप है जिन्होंने वरतते हैं। इन्होंने बारे आप है वो अगलियां वीडियोज़ के करांगे। सिंपल जोड़े होंगे उन्होंने बारे तो मतलब सारिਆਂ ਨੂੰ पता ही होंगे, पर आप कुछ इहो जिहे कर लाँगे जोड़े मतलब की है भी ज़्यादातर एग्जाम के पूछे जान, ठीक है। वो आप सारे तरह के ही कर लाँगे। नैक्सट है वाकबोध। वाकबोध की है, कहते व्याकरण के इस भाग में वाक की रचना करनी। रचना किवें करनी, नियमां के अनुसार, ठीक है। हुण वाक किवें बनता है, शब्दों के सुमेल तो की बन जाता है, वाक बन जाता है, ठीक है। तो वाक भी अगे की होंगे है, सधारण वाक, मिश्रित वाक, संयुक्त वाक, इस तरह, ठीक है। अगे एक होर चीज़ है जिहदे बारे पूछा जा सकता है एग्जाम दे विच कि संविधान अनुसार भारतीय भाषावां नूं कितनियां भारतीय भाषावां नूं जिहड़ी है मानता मिली है या प्रवानित कीतियां गईयां। तो इसदा आंसर है 22 भारतीय भाषावां नूं जिहड़ी है वो संविधान अनुसार की किया गया, प्रवानित किया गया, ठीक है। तो किहड़ियां किहड़ियां वो हैगियां, पंजाबी जिहड़ी अपनी पंजाब दी है, हिंदी जिहड़ी अपनी राष्ट्रीय भाषा है, अंग्रेजी जिहड़ी इंटरनेशनल लैंगुएज है, ठीक है। अगे हैगी डोगरी, संस्कृत, सिंधी, संथाली, उर्दू, तेलुगू, मलयालम, कन्नड़। जिहड़ी तेलुगू, मलयालम, कन्नड़ है जिवें हैगी उधर साउथ इंडिया दे विच बोली जाती है, बंगाली बंगाल च, असामी असाम च, ये सारियां उस राज्यां दी अलग अलग अपनी जिवें पंजाब दी पंजाबी हो गई उस तरह, ठीक है। कश्मीर दी कश्मीरी, मणिपुर दी मणिपुरी, ठीक है, इस तरह। मराठी गुजराती हो गई, गुजरात दी मैथिली, उड़िया, कोंकणी, बोडो ते नेपाली, ये सारियां कितनी 22 है, ठीक है। तो संविधान अनुसार 22 भाषावां नूं जिहड़ी हैगी ओह मानता मिली है या 22 भारतीय भाषावां प्रवानित कीतियां गईयां। अगे आपां गल करदे हां धुनी दी कि धुनी की हुंदी है। बोलण वेले मनुख दे मूँह विचों जिहड़ियां सार्थक आवाज़ां निकलदियां उन्हां नूं व्याकरण दे विच कहंदे आ धुनियां, ठीक है। बोलण वेले मनुख जिहड़ियां सार्थक आवाज़ां कढदा मूँह चों उन्हां नूं उस नूं धुनी कहा जांदा है। अगे है धुनी नूं भाषा की बुनियादी इकाई कहा जाता है। जिहड़ी धुनी है वो भाषा की बुनियादी इकाई है। पूछ सकते हैं भी भाषा की बुनियादी इकाई किहड़ी है, तो उत्थे ऑप्शन दे विच धुनी पा सकते हैं, शब्द पा सकते हैं, कुछ भी पा सकते हैं, पर याद रखना है भाषा की बुनियादी इकाई किहड़ी है, धुनी है। तो ये भाषाई संरचना की छोटी तो छोटी इकाई है। जां ये पूछ सकते हैं कि भाषा की छोटी तो छोटी इकाई किहड़ी है, तो वो किहड़ी है, धुनी है। जां ये कह सकते हैं कि भाषा की मुढ़ली इकाई किहड़ी है, तो वह भी किहड़ी है, धुनी है। तो धुनी अगे एक दूजे नाल मिल के की करदी हैं, आपां पहलां भी गल कर चुके हैं, की करदी हैं, शब्दां दा निर्माण करदी हैं। जिहड़ियां धुनियां वो किहड़ियां किहड़ियां हुंदियां, स्वर धुनियां ते व्यंजन धुनियां, ठीक है। अगे आपां करांगे स्वर धुनियां ते व्यंजन धुनियां किहड़ियां हुंदियां। इन्हां सारियां चीज़ां नूं समझण तो पहलां
एक बार जी सब तो पहली वीडियो है पंजाबी व्याकरण दे विच, जरूर देख लेना। उहदे विच बेसिक जी वर्णमाला या 35 है, उहदे विच जिहड़े अखर है उन्हां नूं अलग-अलग जिहड़े हैगे है वो दस्सिया गया है, किहड़े स्वर है, किवें व्यंजन है, ठीक है, किस तरह है, ठीक है। हुण आपां करदे हां स्वर धुनियां। स्वर धुनियां किहड़ियां? कहंदे पंजाबी विच स्वर धुनियां दी गिनती 10 है। बेसिकली वैसे पुछते हुए स्वर धुनियां कितनी है तो 10 है। अते स्वर वाहक, स्वर वाहक किहड़े है? ऊड़ा, आड़ा ते ईड़ी 3 मन्ने गए है। कई बार पुछ लिया है अंदर भी स्वर वाहक किहड़े है, तो स्वर वाहक किहड़े है? ऊड़ा, आड़ा ते ईड़ी, ठीक है। तो ये भी इन्हां नूं की कहा जांदा, इन्हां नूं मुढ़ले स्वर भी कहा जांदा है, ठीक है। वैसे नॉर्मली की कह दिंदे इन्हां नूं कहा जांदा भी ये स्वर है, किहड़े स्वर है? 3, ऊड़ा, आड़ा ते ईड़ी। पर यह की है? मुढ़ले स्वर है। इन्हां दे नाल जिहड़ियां लगां लग के फिर 10 जिहड़ियां हैगियां वो स्वर धुनियां बनदियां, ठीक है। तो 10 स्वर धुनियां की गिनती कितनी हो जाती है? 10। तो हुण आपां जिहड़ा 3 मुढ़ले स्वर है ऊड़ा, आड़ा ते ईड़ी, जां कह लो जिहड़े स्वर वाहक है, इन्हां दे नाल जिहड़ियां हैगियां आपां किहड़ियां-किहड़ियां लगां लगदियां ते इन्हां दे नाल, ते टोटल इन्हां दी गिनती कितनी हो जाती है? 10। हुण ऊड़े दे नाल फस्ट किहड़ियां-किहड़ियां लगां लगदियां? ये लगदियाँ ऊड़ा औंकड़, ऊड़ा दलैंकड़ ते ऊड़ा होड़ा। ऊड़े का मूँह खुला हुंदा होड़े दे विच। अगे है आड़ा, आड़ा एक तो हुंदा आड़ा मुक्ता जिहड़ा कल्ला यूज़ किया जाता है, आड़ा मुक्ता। अगला है आड़ा कन्ना, अगे है आड़े दुलावा, ते अगे है आड़े कनौड़ा। उस बाद हैगी ईड़ी, ईड़ी दे नाल ईड़ी सिहारी, ईड़ी बिहारी ते ईड़ी की है? लावा, ठीक है। एक ईड़ी की है? लावा। अगे हैगियां लगाएं, लगा मात्राएं, ये अगे कितने तरह दी हुंदियां? अगे हुंदियां 2 तरह दियां। पहली हैगियां हसरव लगा या लघु लगा। हसरव लगा या लघु लगा किहड़ियां हुंदियां? वो लगा हुंदियां जिन्हां दे उचारण विच थोड़ा समा लगदा है, ठीक, घट टाइम लगदा है, जिहदे विच की आ जांदा है? आड़ा मुक्ता, सिहारी ते औंकड़ 3 आ जांदियां लगा, जिहड़ियां किहड़ियां? लघु लगा जिन्हां नूं कह दिंदे। अगे आ जांदा दीर्घ लगा, दीर्घ मतलब वड्डियां लगा जां गुरु लगा। वो लगा हुंदियां ये जिन्हां दे उचारण विच लघु लगा नालों दूना समा लगता है, यानी कि दुगना समा लगता है, या कह सकते हैं वध समा लगता है। वो किहड़ी है? वो हैगियां कन्ना, बिहारी, दलैंकड़, लावा, दुलावा, होड़ा ते कनौड़ा, यानी कि कितनी है? ये 7 है। 7 दीर्घ है, 3 लघु है, तो टोटल कितनियां हो गईयां? 10। उस तो बाद आपां करदे व्यंजन। कहते व्यंजन की हुंदा? व्यंजन अजिही भाषाई धुनी नूं कहा जाता है जिस दे उचारण समय फेफड़िਆਂ तो बाहर आउंदी हवा नूं मूँह विच किसी ना किसी जगह ते पूर्ण जां पूर्ण रूप विच, ठीक है, रोकिया जाता है। पूर्ण या पूरे रोकिया जाता या कई बार थोड़ा रोकिया जाता है, वो हुंदे व्यंजन। ऊड़ा, आड़ा, ईड़ी नूं छड्ड के बाकी जिहड़े सस्सा तो डाड़ा तक वो की है? सारे वर्णमाला दे विचों सारे की है? व्यंजन ही है, ठीक है। जे 35 दे विच देखिए तो ऊड़ा, आड़ा, ईड़ी नूं छड्ड के बाकी 32 व्यंजन है। जे पूरे देखिए तो 41 अखरां दे विचों ऊड़ा, आड़ा, ईड़ी नूं छड्ड के बाकी 38 व्यंजन है। हुण जिहड़े व्यंजन है वो जिहड़ी अपनी 35 है, ठीक है, वर्णमाला है, ਉਹਦੇ एक लाइन दे के आप वर्ग बनाते, ठीक है। जिमें ऊड़ा, आड़ा, ईड़ी जी लाइन सी सस्सा हाहा तक वो सीगे, उन्होंने कह देंगे आप पहली लाइन नूं मुढ़ला वर्ग, ठीक है। तो कक्के कक्खे अगे वाली नूं अंगे तक आप कह दें ये हैगे कवर्ग, यानी कि कक्का वर्ग। जी चच्चा चच्छा जज्जा झज्जा ते नईयां वाली लाइन है वो होगी चच्चा वर्ग, यानी कि चवर्ग। तो अगे हैगी टैंका ठट्ठा डड्डा ढड्डा ते नाना, जिहड़ी हैगी टवर्ग। तत्ता थत्था दद्दा धद्दा नन्ना, जिहड़ी हैगी तवर्ग।
ਤੇ ਪੱਪਾ ਫੱਫਾ ਬੱਬਾ ਭੱਬਾ ਮੰਮਾ ਜਿਹੜੀ ਹੈਗੀ ਆ ਪਵਰਗ, ਠੀਕ ਹੈ। ਤੇ ਜਿਹੜਾ ਐਂਡ ਤੇ ਆਪਾਂ ਲਾਇਆ ਹੋਇਆ ਉਹਨੂੰ ਕੀ ਕਹਿ ਦਿੰਦੇ ਆ, ਹੀਅਰ ਅਲਾਵਾ ਤੱਕ ਉਹ ਹੈਗੀ ਹੈ ਨਵੀਨ ਵਰਗ, ਠੀਕ ਹੈ। ਇਸ ਤਰ੍ਹਾਂ ਦੇ ਸਾਰੇ ਹੈਗੇ ਇਹ ਅਲੱਗ-ਅਲੱਗ ਵਰਗਾਂ ਦੇ ਵਿੱਚ ਵੰਡੇ ਹੋਏ ਆ, ਠੀਕ ਹੈ। ਤਾਂ ਹੁਣ ਪਹਿਲਾਂ ਆਪਾਂ ਕੱਕੇ ਅੱਖੇ ਵਾਲੀ ਲਾਈਨ ਦੇਖਦੇ ਹਾਂ। ਕੱਕੇ ਖੱਖੇ ਵਾਲੀ ਜਿਹੜੀ ਲਾਈਨ ਹੈ ਜਿਹਦੇ ਵਿੱਚ ਕੱਕਾ, ਖੱਖਾ, ਗੱਗਾ, ਘੱਗਾ ਤੇ ਅੰਗੰਗਾ ਹੈ, ਇਹ ਕੀ ਹੈ, ਕੰਠੀ ਵਿਅੰਜਨ ਹੈ। ਇਹਨਾਂ ਨੂੰ ਕੰਠੀ ਵਿਅੰਜਨ ਕਹਿੰਦੇ ਆ। ਜੇ ਨਾਮ ਵੀ ਯਾਦ ਰਵੇ ਤਾਂ ਕੱਕੇ ਤੋਂ ਯਾਦ ਰਹਿ ਜੂ। ਕੱਕੇ ਵਾਲੀ ਲਾਈਨ ਜਿਹੜੀ ਹੈਗੀ ਉਹ ਕੰਠੀ ਵਿਅੰਜਨ ਦੀ ਹੈ। ਕਈ ਵਾਰ ਪੁੱਛ ਲਿਆ ਜਾਂਦਾ ਐਗਜ਼ਾਮ ਦੇ ਵਿੱਚ ਵੀ ਕੰਠੀ ਵਿਅੰਜਨ ਇਹਨਾਂ 'ਚੋਂ ਕਿਹੜੇ ਆ, ਆਪਸ਼ਨ ਦਿੱਤੀ ਜਾਂਦੀ ਹੈ। ਕਈ ਵਾਰ ਇੱਕ ਇੱਕ ਅੱਖਰ ਦਿੱਤਾ ਜਾਂਦਾ, ਜਿਵੇਂ ਗੱਗਾ ਦਿੱਤਾ, ਉਸ ਤੋਂ ਬਾਅਦ ਆ ਨੀਚੇ ਵਾਲੀਆਂ ਲਾਈਨਾਂ 'ਚੋਂ ਕੁਛ ਦਿੱਤਾ। ਤਾਂ ਯਾਦ ਰੱਖਣਾ ਕੱਕੇ ਵਾਲੀ ਲਾਈਨ ਕਿਹੜੀ ਹੈ, ਕੰਠੀ ਵਿਅੰਜਨ ਹੈ। ਕੰਠੀ ਵਿਅੰਜਨ ਕਿਹੜੇ ਹੁੰਦੇ ਹੈ, ਜਿਹਦੇ ਵਿੱਚ ਜਿਹੜੀ ਆਪਣੀ ਜੀਭ ਦਾ ਪਿਛਲਾ ਹਿੱਸਾ ਹੈ ਉਹ ਆਪਣੇ ਤਾਲੂ ਨੂੰ ਛੂੰਹਦਾ ਹੈ। ਤਾਲੂ ਨੂੰ ਛੂਹ ਕੇ ਕੀ ਕਰਦੇ ਹੈ, ਫੇਫੜਿਆਂ ਦੀ ਜਿਹੜੀ ਹਵਾ ਨੂੰ ਕੀ ਹੈ ਕੁਛ ਟਾਈਮ ਤੱਕ ਰੋਕਦੇ ਹੈ, ਠੀਕ ਹੈ। ਤਾਂ ਉਹ ਹੁੰਦੇ ਕੰਠੀ ਵਿਅੰਜਨ। ਕੰਠੀ ਮਤਲਬ ਹੁੰਦਾ ਕੰਠ, ਗਲ, ਇਹਦੇ 'ਚੋਂ ਹਵਾ ਜਿਹੜੀ ਉਹ ਹੈਗੀ ਹੈ, ਆਵਾਜ਼ ਆ ਥੋੜ੍ਹੀ ਜਿਹੀ ਕੰਠ 'ਚੋਂ ਆਉਂਦੀ ਹੈ। ਨੈਕਸਟ ਹੈਗਾ ਤਾਲਵੀ। ਤਾਲਵੀ ਹੁੰਦੇ ਹੈ ਕਿਹੜੇ, ਚੱਚਾ, ਛੱਛਾ, ਜੱਜਾ, ਝੱਜਾ ਤੇ ਨਈਆਂ, ਇਹ ਹੁੰਦੇ ਤਾਲਵੀ। ਤਾਲਵੀ ਵਿਅੰਜਨ ਉਹ ਹੁੰਦੇ ਹੈ ਜਿਹਦੇ ਵਿੱਚ ਜਿਹੜਾ ਜੀਭ ਦਾ ਮੱਧ ਵਾਲਾ ਹਿੱਸਾ ਹੈ, ਵਿਚਕਾਰਲਾ ਹਿੱਸਾ, ਉਹ ਆਪਣੇ ਤਾਲੂਏ ਨੂੰ ਛੂੰਹਦਾ ਹੈ ਤੇ ਫੇਫੜਿਆਂ ਦੀ ਜਿਹੜੀ ਨਿਕਲਦੀ ਹਵਾ ਉਹਨੂੰ ਕੀ ਹੈ, ਰੋਕਦਾ ਹੈ, ਠੀਕ ਹੈ। ਇਹ ਹੁੰਦੇ ਤਾਲਵੀ ਵਿਅੰਜਨ। ਅੱਗੇ ਹੈਗਾ ਉਲਟ ਜੀਭੀ। ਉਲਟ ਜੀਭੀ ਜਿਹਦੇ ਵਿੱਚ ਆਪਣੀ ਜੀਭ ਬੋਲਣ ਸਮੇਂ ਉਲਟ ਜਾਂਦੀ ਹੈ, ਠੀਕ ਹੈ। ਇਹਦੇ ਵਿੱਚ ਜਿਹੜੀ ਆਪਣੀ ਜੀਭ ਹੈ ਉਹ ਉਲਟ ਜਾਂਦੀ ਹੈ ਤੇ ਉਲਟ ਕੇ ਕਿਹਨੂੰ ਛੂੰਹਦੀ, ਆਪਣੇ ਤਾਲੂਏ ਨੂੰ ਛੂੰਹਦੀ ਹੈ ਤੇ ਫੇਫੜਿਆਂ ਦੀ ਜਿਹੜੀ ਹਵਾ ਹੈ ਨਿਕਲਦੀ ਹਵਾ ਨੂੰ ਰੋਕਦੀ ਹੈ। ਉਹ ਹੈਗਾ ਟੈਂਕਾ। ਜਦੋਂ ਆਪਾਂ ਬੋਲਦੇ ਹਾਂ ਉਦੋਂ ਪਤਾ ਲੱਗ ਜਾਂਦਾ ਕਿ ਇਹਦੇ ਜੀਭ ਆਪਣੀ ਉਲਟ ਜਾਂਦੀ ਹੈ। ਟੈਂਕਾ, ਠੱਠਾ, ਡੱਡਾ, ਢੱਡਾ ਤੇ ਨਾਣਾ। ਉਸ ਤੋਂ ਬਾਅਦ ਹੈਗੇ ਦੰਤੀ। ਦੰਤੀ ਦੇ ਵਿੱਚ ਜਿਹੜੀ ਆਪਣੀ ਜੀਭ ਹੈ, ਜੇ ਆਪਾਂ ਬੋਲ ਕੇ ਦੇਖਾਂਗੇ ਤੱਤਾ, ਤਾਂ ਇਹਦੇ ਨਾਲ ਜਿਹੜੀ ਆਪਣੀ ਜੀਭ ਹੈ ਉਹ ਦੰਦਾਂ, ਉੱਪਰਲੇ ਦੰਦਾਂ ਦੇ ਪਿਛਲੇ ਪਾਸੇ ਛੂੰਹਦੀ ਹੈ, ਠੀਕ ਹੈ। ਜੀਭ ਦਾ ਮੂਹਰਲਾ ਹਿੱਸਾ ਜਿਹੜਾ, ਠੀਕ ਹੈ, ਉਹ ਦੰਦਾਂ ਦੇ ਪਿਛਲੇ ਹਿੱਸੇ ਨੂੰ ਛੂੰਹਦਾ ਹੈ। ਜਦੋਂ ਆਪਾਂ ਬੋਲਦੇ ਹਾਂ ਤੱਤਾ, ਥੱਥਾ, ਦੱਦਾ, ਧੱਦਾ, ਨੰਨਾ, ਤਾਂ ਇਹ ਹੋ ਗਏ ਦੰਤੀ ਵਿਅੰਜਨ। ਅਗਲੇ ਹੈਗੇ ਦੋ ਹੋਂਠੀ। ਦੋ ਹੋਂਠੀ ਨੇ ਆਪਣੇ ਦੋਨੇ ਹੋਂਠਾਂ ਦੇ ਨਾਲ ਬੋਲੇ ਜਾਂਦੇ, ਦੋਨੇ ਬੁੱਲਾਂ ਦੇ ਨਾਲ ਬੋਲੇ ਜਾਂਦੇ ਆ। ਉਹ ਹੈਗੇ ਜਿਵੇਂ ਬੁੱਲ ਜੁੜਦੇ ਆ, ਪੱਪਾ, ਠੀਕ ਹੈ, ਬੁੱਲ ਜੁੜਦੇ ਆ ਤੇ ਆਪਣੇ ਜਿਹੜਾ ਅੰਦਰਲੀ ਹਵਾ ਉਹ ਅੰਦਰ ਰੁਕ ਜਾਂਦੀ ਹੈ। ਪੱਪਾ, ਫੱਫਾ, ਬੱਬਾ, ਭੱਬਾ ਤੇ ਮੰਮਾ। ਅੱਗੇ ਹੈਗੇ ਸੁਰਯੰਤਰੀ। ਸੁਰਯੰਤਰ ਜਿਹੜਾ ਪੰਜਾਬੀ ਵਿਆਕਰਨ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਹੀ ਹੈ। ਕਿਹੜਾ ਵਿਅੰਜਨ ਆ ਉਹ, ਹਾਹਾ। ਇਕੱਲਾ ਹਾਹਾ ਕੀ ਹੈ, ਸੁਰਯੰਤਰੀ ਹੈ। ਤੇ ਹਾਹਾ ਜਦੋਂ ਬੋਲਦੇ ਆ ਆਪਣੀ ਜਿਹੜੀ ਸਾਰੀ ਹਵਾ ਉਹ ਬਿਨਾਂ ਰੁਕੇ ਬੇਰੋਕ ਮੂੰਹ 'ਚੋਂ ਬਾਹਰ ਨਿਕਲਦੀ ਹੈ ਹਾਹਾ ਬੋਲਣ ਸਮੇਂ। ਤੇ ਸਾਰੇ ਯਾਦ ਰੱਖਣੇ ਇਹਨਾਂ ਬਾਰੇ, ਜਿਹੜੇ ਹੈਗੇ ਐਗਜ਼ਾਮ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਕੁਐਸਚਨ ਜਿਹੜਾ ਹੈਗਾ ਉਹ ਪੁੱਛਿਆ ਜਾ ਸਕਦਾ, ਠੀਕ ਹੈ। ਤੇ ਪੁੱਛੇ ਜਾਂਦੇ ਵੀ ਐਗਜ਼ਾਮ ਦੇ ਵਿੱਚ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਯਾਦ ਰੱਖਣੀਆਂ, ਕੱਲੀ ਕੱਲੀ ਲਾਈਨ ਜਿਹੜੀ ਹੈਗੀ। ਅੱਗੇ ਕਈ ਵਾਰ ਪੁੱਛ ਲਿਆ ਜਾਂਦਾ ਨਾਸਕੀ ਵਿਅੰਜਨ ਕਿਹੜੇ ਹੁੰਦੇ ਆ। ਨਾਸਕੀ ਤੋਂ ਪਤਾ ਲੱਗਦਾ, ਨਾਸਕੀ ਨਾਮ ਤੋਂ ਪਤਾ ਲੱਗਦਾ ਜਿਨ੍ਹਾਂ ਦੀ ਜਿਹੜੀ ਆਵਾਜ਼ ਹੈ ਕੁਛ ਨੱਕ ਵਿੱਚੋਂ ਆਵੇ, ਠੀਕ ਹੈ। ਉਹ ਕਿਹੜੇ ਕਿਹੜੇ ਆ, ਪੰਜ ਹੈ ਪੰਜਾਬੀ ਵਿਆਕਰਨ ਦੇ ਵਿੱਚ। ਕਿਹੜੇ ਕਿਹੜੇ ਆ, ਨਾਣਾ, ਨੰਨਾ, ਮੰਮਾ, ਅੰਗੰਗਾ ਤੇ ਨਈਆਂ। ਜਿਹੜੇ ਆਪਣੇ ਹੈਗੇ ਇਹ ਨਾਸਕੀ ਵਿਅੰਜਨ ਹੈ। ਨਾਸਕੀ ਵਿਅੰਜਨ ਵੀ ਯਾਦ ਰੱਖਣੇ ਹੈ, ਗਿਣਤੀ ਦੇ ਵਿੱਚ ਪੰਜ ਹੈ। ਉਸ ਤੋਂ ਬਾਅਦ ਹੈਗਾ ਦੁੱਤ ਅੱਖਰ ਜਾਂ ਸੰਯੁਕਤ ਅੱਖਰ। ਜਿਹੜੇ ਪੁੱਛ ਦੁੱਤ ਅੱਖਰ ਕਿਹੜੇ ਹੁੰਦੇ ਆ, ਦੁੱਤ ਅੱਖਰ ਕਿਹੜੇ ਹੁੰਦੇ ਆ, ਕਹਿੰਦੇ ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰਾਂ ਨੂੰ ਦੁੱਤ ਜਾਂ ਸੰਯੁਕਤ ਅੱਖਰ ਕਿਹਾ ਜਾਂਦਾ, ਠੀਕ ਹੈ। ਦੋ ਅੱਖਰਾਂ ਤੋਂ ਬਣਦੇ ਆ ਦੁੱਤ ਜਾਂ ਸੰਯੁਕਤ। ਇਹਨਾਂ ਦੋ ਅੱਖਰਾਂ ਦੇ ਮੇਲ ਵਿੱਚ ਇੱਕ ਅੱਖਰ ਦੂਜੇ ਅੱਖਰ ਦੇ ਪੈਰ ਵਿੱਚ ਲਿਖਿਆ ਜਾਂਦਾ। ਦੋ ਅੱਖਰਾਂ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਦੋ ਅੱਖਰ ਜੋੜਤੇ, ਜਿਵੇਂ ਕੀ ਜੋੜਤਾ, ਜਿਵੇਂ ਆਪਾਂ ਜੋੜਤਾ ਕੱਕਾ ਤੇ ਰਾਰਾ ਕਰ, ਇਸ ਤਰ੍ਹਾਂ ਨਹੀਂ ਜੋੜਨੇ। ਆਪਾਂ ਜੋੜਨੇ ਆ ਇਹਦੇ ਵਿੱਚ ਦੁੱਤ ਅੱਖਰ ਉਹ ਹੁੰਦੇ ਆ ਜਿਹਦੇ ਵਿੱਚ ਇੱਕ ਅੱਖਰ ਦੂਜੇ ਅੱਖਰ ਦੇ ਪੈਰ 'ਚ ਹੁੰਦਾ, ਠੀਕ ਹੈ। ਜਾਂ ਕਹਿ ਲਓ ਜਿਹੜੇ ਅੱਖਰ ਪੈਰਾਂ 'ਚ ਲੱਗ ਜਾਂਦੇ ਆ, ਠੀਕ ਹੈ,
ਉਹ ਹੁੰਦੇ ਦੁੱਤ ਅੱਖਰ। ਕਿਹੜੇ ਹੁੰਦੇ ਜਿਹੜੇ ਪੈਰ 'ਚ ਪੈਂਦੇ ਆ ਦੂਜੇ ਅੱਖਰਾਂ ਦੇ, ਉਹ ਹੁੰਦੇ 3 ਹੈ ਇਹ ਪੰਜਾਬੀ ਵਿਆਕਰਨ ਦੇ ਵਿੱਚ। ਕਿਹੜੇ ਕਿਹੜੇ ਹੈ? ਰਾਰਾ, ਵਾਵਾ ਤੇ ਹਾਹਾ, ਜਿਹੜੇ ਆਪਾਂ ਪੈਰ 'ਚ ਪਾਉਣੇ ਆ। ਠੀਕ ਹੈ, ਜਦੋਂ ਆਪਾਂ ਪੜ੍ਹਨਾ ਲਿਖਦੇ ਹਾਂ, ਪੜ੍ਹਨਾ ਜਾਂ ਪੜ੍ਹ, ਤਾਂ ਪੱਪਾ ਤੇ ਡਾੜਾ ਲਿਖਦੇ ਹਾਂ, ਤੇ ਡਾੜੇ ਪੈਰ ਦੇ ਵਿੱਚ ਹਾਹਾ ਲਿਖਿਆ ਜਾਂਦਾ ਪੜ੍ਹ। ਠੀਕ ਹੈ, ਇਸ ਤਰ੍ਹਾਂ ਜਿਹੜੇ ਹੈਗੇ ਇਹ ਆਪਣੇ ਆਮ ਹੀ ਜਿਹੜੇ ਆਪਾਂ ਇਹ ਹੈਗੇ ਅੱਖਰ ਤਿੰਨੋਂ, ਇਹ ਦੁੱਤ ਅੱਖਰ ਯੂਜ਼ ਕਰਦੇ ਹਾਂ। ਲਾਸਟ ਜਿਹੜਾ ਹੈਗਾ ਉਹ ਹੈਗਾ ਕੁਐਸਚਨ, ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਯੁਕਤ ਇਕਾਈ ਕਿਹੜੀ ਹੈ? ਉਹ ਸ਼ਬਦ ਹੈ। ਇੱਦਾਂ ਦੇ ਵਿੱਚ ਜਿਹੜਾ ਹੈਗਾ ਕਨਫਿਊਜ਼ ਨਹੀਂ ਹੋਣਾ। ਪੇਪਰ ਦੇ ਵਿੱਚ ਪਜ਼ਲ ਹੋਣ ਦੇ ਲਈ ਇਹ ਵੀ ਪੁੱਛ ਸਕਦੇ ਹੈ। ਠੀਕ ਹੈ, ਪਜ਼ਲ ਕਰਨ ਦੇ ਲਈ ਕੀ ਪੁੱਛ ਸਕਦੇ ਹੈ ਵੀ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ? ਤਾਂ ਧੁਨੀ ਹੈ। ਜਾਂ ਪੁੱਛ ਲੈਂਦੇ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਯੁਕਤ ਇਕਾਈ ਜਾਂ ਅਰਥ ਭਰਪੂਰ ਇਕਾਈ, ਅਰਥਪੂਰਨ ਇਕਾਈ, ਤਾਂ ਉਹ ਕਿਹੜੀ ਹੈ? ਸ਼ਬਦ ਹੈ। ਠੀਕ ਹੈ, ਕਿਉਂਕਿ ਇਕੱਲੀ ਜਿਹੜੀ ਧੁਨੀ ਹੁੰਦੀ ਹੈ ਉਹ ਛੋਟੀ ਇਕਾਈ ਤਾਂ ਹੈਗੀ ਹੈ, ਪਰ ਉਹਦੀ ਇਕੱਲੇ ਅੱਖਰ ਤੋਂ ਜਾਂ ਇਕੱਲੇ ਵਰਨ ਤੋਂ ਜਾਂ ਕਿਸੇ ਧੁਨੀ ਤੋਂ ਕੋਈ ਵੀ ਅਰਥ ਨਹੀਂ ਨਿਕਲਦਾ, ਕੋਈ ਸ਼ਬਦ ਨਹੀਂ ਬਣਦਾ। ਠੀਕ ਹੈ, ਤਾਂ ਕੋਈ ਵੀ ਆਪਾਂ ਸ਼ਬਦ ਬੋਲਾਂਗੇ। ਠੀਕ ਹੈ, ਮੰਨ ਲਓ ਮੈਂ ਪੈਰ ਬੋਲਿਆ, ਕੁਛ ਵੀ ਬੋਲਿਆ, ਠੀਕ ਹੈ, ਪੜ੍ਹ ਬੋਲਿਆ, ਕਿਤਾਬ ਬੋਲਿਆ, ਕੋਈ ਵੀ ਸ਼ਬਦ ਬੋਲਾਂ, ਠੀਕ ਹੈ, ਤਾਂ ਉਹਦਾ ਕੋਈ ਨਾ ਕੋਈ ਅਰਥ ਹੋਊਗਾ, ਉਹਦਾ ਕੋਈ ਮਤਲਬ ਨਿਕਲਦਾ ਹੋਊਗਾ। ਤਾਂ ਭਾਸ਼ਾ ਦੀ ਛੋਟੀ ਤੋਂ ਛੋਟੀ ਜਿਹੜੀ ਅਰਥਯੁਕਤ ਇਕਾਈ ਹੈ ਉਹ ਸ਼ਬਦ ਮੰਨੀ ਗਈ ਹੈ। ਠੀਕ ਹੈ, ਜੇ ਅਰਥ ਤੋਂ ਬਿਨਾਂ ਵੈਸੇ ਪੁੱਛ ਲੈਣ ਬੁਨਿਆਦੀ ਇਕਾਈ ਕਿਹੜੀ ਹੈ ਭਾਸ਼ਾ ਦੀ, ਤਾਂ ਫਿਰ ਧੁਨੀ ਕਹਿਣਾ ਹੈ। ਜਾਂ ਮੁੱਢਲੀ ਇਕਾਈ ਕਿਹੜੀ ਹੈ? ਛੋਟੀ ਤੋਂ ਛੋਟੀ ਉਹ ਧੁਨੀ ਹੈ। ਠੀਕ ਹੈ, ਤਾਂ ਇਹ ਦੋਨੇ ਚੀਜ਼ਾਂ 'ਚ ਜਿਹੜਾ ਹੈਗਾ ਉਹ ਅੰਤਰ ਯਾਦ ਰੱਖਣਾ। ਤਾਂ ਦੋਸਤੋ ਇਹ ਸੀਗੇ ਅੱਜ ਪੰਜਾਬੀ ਵਿਆਕਰਨ ਦੇ ਜਿਹੜੇ ਸੀਗੇ ਕੁਛ ਕੁ ਜਿਹੜੇ ਸੀਗੇ ਪ੍ਰਸ਼ਨ ਸੀਗੇ ਜਿਹੜੇ ਮੈਨੂੰ ਲੱਗਿਆ ਕਿ ਐਗਜ਼ਾਮ ਦੇ ਵਿੱਚ ਆ ਸਕਦੇ ਹੈ। ਇਸ ਤੋਂ ਬਾਅਦ ਆਪਾਂ ਹੋਰ ਜਿਹੜੇ ਬਾਕੀ ਜਿਹੜੇ ਭਾਗ ਰਹਿ ਗਏ ਵਿਆਕਰਨ ਦੇ ਜਿਹੜੇ ਪੁੱਛੇ ਜਾ ਸਕਦੇ ਆ, ਠੀਕ ਹੈ, ਵਿਆਕਰਨ ਦੇ ਵਿੱਚ, ਉਹ ਆਪਾਂ ਇੱਕ ਵੀਡੀਓ ਦੇ ਵਿੱਚ, ਅਗਲੀਆਂ ਵੀਡੀਓਜ਼ ਦੇ ਵਿੱਚ ਕੰਪਲੀਟ ਕਰ ਲਵਾਂਗੇ। ਠੀਕ ਹੈ, ਆਪਾਂ ਕੰਪਲੀਟ ਜਿਹੜੀ ਪੂਰੀ ਪੰਜਾਬੀ ਵਿਆਕਰਨ ਹੈ ਜਿਹੜੀ ਹੈਗੀ ਉਹ ਪੂਰੀ ਕਰਾਂਗੇ। ਵੀਡੀਓ ਦੇਖਣ ਲਈ ਧੰਨਵਾਦ।